ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਪਾਂ ਜੀ ਗੁਰਦੁਆਰਾ ਸੁਨਾਰ ਟੋਲੀ ਸਾਹਿਬ ਦਰਸ਼ਨ ਕਰਨ ਦੇ ਲਈ ਚੱਲੇ ਆਂਗੇ ਤੇ ਇੱਥੋਂ 2 ਕਿਲੋਮੀਟਰ ਦੂਰ ਹੈਗਾ ਤੇ ਆਪਾਂ ਪੈਦਲ ਹੀ ਚੱਲਦੇ ਆਂਗੇ ਕਿਉਂਕਿ ਗਲੀਆਂ ਜੀ ਦੇ ਵਿੱਚ ਦੀ ਹੈਗਾ। ਤੇ ਅਸੀਂ ਪੁੱਛਿਆ ਸੀਗਾ ਵੀ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ, ਤੇ ਉਹ ਕਹਿੰਦੇ ਵੀ ਸੁਨਾਰ ਟੋਲੀ ਤੁਸੀਂ ਪੈਦਲ ਯਾਤਰਾ ਕਰ ਲਓ, ਤੁਰ ਕੇ ਜਾਇਓ, ਕਿਉਂਕਿ ਸ਼ਹਿਰ ਦੇ ਵਿੱਚ ਆ ਤੇ ਉੱਥੇ ਕਾਰ ਵਗੈਰਾ ਨਾਲ ਫਿਰ ਟ੍ਰੈਫਿਕ ਬਹੁਤ ਹੋ ਜਾਂਦੀ ਆ। ਤੇ ਜਿਹੜੇ ਰਹਿੰਦੇ 3 ਗੁਰਦੁਆਰਾ ਸਾਹਿਬ ਨੇ ਗਊ ਘਾਟ, ਹਾਂਡੀ ਸਾਹਿਬ ਤੇ ਗੁਰੂ ਕਾ ਬਾਗ, ਉਹ ਕੱਲ ਨੂੰ ਕਹਿੰਦੇ ਕਾਰ ਦੇ ਵਿੱਚ ਦੇਖ ਲਿਓ ਤੁਸੀਂ, ਤੁਹਾਨੂੰ ਉਵੇਂ ਠੀਕ ਲੱਗੂਗਾ। ਤੇ ਆਪਾਂ ਜੀ ਗੁਰਦੁਆਰਾ ਸੁਨਾਰ ਟੋਲੀ ਸਾਹਿਬ ਪਹੁੰਚ ਗਏ ਆਂਗੇ ਤੇ ਚੱਲਦੇ ਆਂਗੇ ਤੇ ਦਰਸ਼ਨ ਕਰਦੇ ਆਂਗੇ। ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਜੀ। ਜਦੋਂ ਗੁਰੂ ਨਾਨਕ ਦੇਵ ਜੀ ਪੂਰਬ ਦੇਸ਼ ਦੀ ਯਾਤਰਾ ਕਰਦੇ ਹੋਏ ਇਸ ਸਥਾਨ ਤੇ ਗਊ ਘਾਟ ਗੁਰਦੁਆਰਾ ਸਾਹਿਬ ਉੱਥੇ ਇੱਕ ਆਪਣੇ ਸੇਵਕ ਨੂੰ ਮਿਲਣ ਲਈ ਆਏ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਭੁੱਖ ਬੜੀ ਲੱਗੀ ਹੋਈ ਆ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਇੱਕ ਲਾਲ ਦਿੱਤਾ ਤੇ ਕਿਹਾ ਕਿ ਇਹਨੂੰ ਵੇਚ ਕੇ ਤੁਸੀਂ ਆਪਣੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰ ਲਓ। ਤੇ ਜਦੋਂ ਭਾਈ ਮਰਦਾਨਾ ਜੀ ਲਾਲ ਲੈ ਕੇ ਇਸ ਜਗ੍ਹਾ ਤੇ, ਇਹਦਾ ਨਾਮ ਸੁਨਾਰ ਟੋਲੀ ਸੀ, ਸ਼ਾਇਦ ਇਹ ਨਾਮ ਤੋਂ ਐਂ ਲੱਗਦਾ ਵੀ ਇੱਥੇ ਸ਼ਾਇਦ ਸੁਨਿਆਰੇ ਹੋਣ ਜਾਂ ਜੌਹਰੀ ਰਹਿੰਦੇ ਹੋਣ। ਤੇ ਉੱਥੇ ਜਾ ਕੇ ਜਦੋਂ ਉਹਨਾਂ ਨੇ ਲਾਲ ਦਿੱਤਾ ਤੇ ਉੱਥੇ ਇੱਕ ਸੀਗੇ ਜਿਨ੍ਹਾਂ ਦਾ ਨਾਮ ਮੁਰਲੀਧਰ ਸੀ, ਉਹਨਾਂ ਨੇ ਕਿਹਾ ਵੀ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ, ਵੀ ਮੇਰੇ ਕੋਲ ਇੰਨੀ ਮਾਇਆ ਨਹੀਂ ਹੈਗੀ, ਇਹ ਬਹੁਤ ਜ਼ਿਆਦਾ ਕੀਮਤੀ ਲਾਲ ਆ। ਉਹਨਾਂ ਨੇ ਕਿਹਾ ਵੀ ਪਰ ਮੈਂ ਤੈਨੂੰ ਇੱਕ ਜਗ੍ਹਾ ਦੱਸਦਾ, ਇੱਕ ਥਾਂ ਦੱਸਦਾ ਜਿੱਥੇ ਜਾ ਕੇ ਤੂੰ ਇਹ ਵੇਚ ਸਕਦਾ ਤੇ ਉਹੀ ਇਹਦਾ ਮੁੱਲ ਤਾਰ ਸਕਦਾ ਵਾ। ਤੇ ਉਹਨਾਂ ਦਾ ਨਾਮ ਸੀਗਾ ਜੀ ਸਾਲਸਰਾਏ ਜੌਹਰੀ। ਉਹਨਾਂ ਦੀ ਹਵੇਲੀ ਉੱਥੇ ਸੀਗੀ ਜਿੱਥੇ ਅੱਜ ਤਖਤ ਸਾਹਿਬ ਬਿਰਾਜਮਾਨ ਆ ਪਟਨਾ ਸਾਹਿਬ ਦੇ ਵਿੱਚ। ਤੇ ਜਦੋਂ ਭਾਈ ਮਰਦਾਨਾ ਜੀ ਉੱਥੇ ਉਹ ਲਾਲ ਲੈ ਕੇ ਗਏ, ਸਾਲਸਰਾਏ ਨੇ ਉਹ ਦੇਖਿਆ ਤੇ ਉਹਨਾਂ ਨੂੰ ਭਾਈ ਮਰਦਾਨਾ ਜੀ ਨੂੰ 101 ਰੁਪਇਆ ਦਿੱਤਾ, ਇੰਨੀ ਕੀਮਤ ਲਾਈ ਤੇ ਲਾਲ ਵੀ ਵਾਪਸ ਕਰਤਾ। ਤੇ ਕਹਿੰਦੇ ਮੈਂ ਉਸ ਮਹਾਂਪੁਰਖ ਦੇ ਦਰਸ਼ਨ ਕਰਨਾ ਚਾਹੁੰਦਾ ਜਿਨ੍ਹਾਂ ਨੇ ਤੁਹਾਨੂੰ ਇਹ ਲਾਲ ਦਿੱਤਾ ਵਾ। ਤੇ ਫਿਰ ਭਾਈ ਮਰਦਾਨਾ ਜੀ ਸਾਲਸਰਾਏ ਨੂੰ ਗਊ ਘਾਟ ਗੁਰਦੁਆਰਾ ਸਾਹਿਬ ਜਿੱਥੇ ਸਥਿਤ ਆ ਉੱਥੇ ਲੈ ਕੇ ਗਏ। ਉਹਨਾਂ ਨੇ ਗੁਰੂ ਸਾਹਿਬ ਦੇ ਬਚਨ ਸੁਣੇ, ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ਬਣੇ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੀ ਹਵੇਲੀ ਦੇ ਵਿੱਚ ਚਰਨ ਪਾਓ। ਗੁਰੂ ਸਾਹਿਬ ਨੇ ਕਿਹਾ ਵੀ 10ਵੇਂ ਜਾਮੇ ਦੇ ਵਿੱਚ ਅਸੀਂ ਤੁਹਾਡੇ ਘਰ ਆਵਾਂਗੇ। ਤੇ ਉੱਥੇ ਗੁਰੂ ਸਾਹਿਬ ਦਾ ਜਨਮ ਹੋਇਆ। ਤੇ ਇਹ ਜਗ੍ਹਾ ਬਹੁਤ ਥੋੜੀ ਸੀ ਕਿਉਂਕਿ ਬਹੁਤ ਟਾਈਟ ਗਲੀਆਂ ਨੇ, ਵਿੱਚ ਨੂੰ ਜਾ ਕੇ ਆ। ਤੇ ਇੱਥੇ ਇੱਕ ਬੀਬੀ ਸੀਗੀ ਸੁਦੇਸ਼ ਕੁਮਾਰੀ, ਉਹਨਾਂ ਨੇ ਜਗ੍ਹਾ ਦਾਨ ਕੀਤੀ ਆ। ਤੇ ਹੁਣ ਇੱਥੇ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਆ। ਹਲੇ ਮਤਲਬ ਕਿ ਪਲਾਸਟਰ ਨਹੀਂ ਹੋਇਆ, ਇੱਟਾਂ ਦਾ ਚੱਲ ਰਿਹਾ ਕੰਮ ਤੇ ਸਾਰੇ ਜਾਣੇ ਸੇਵਾ ਕਰ ਰਹੇ ਨੇ ਰਲ ਮਿਲ ਕੇ। ਤੇ ਉਮੀਦ ਆ ਕਿ ਜਲਦੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਊਗਾ। ਜਿਹੜੇ ਬੰਦੇ ਨੇ ਆ ਤਾਰਾਂ ਦੀ ਫਿਟਿੰਗ ਕਰੀ ਹੋਣੀ ਆ ਤੇ ਇਹਨਾਂ ਨੂੰ ਠੀਕ ਠੂਕ ਕਰਦਾ ਹੋਣਾ, ਉਹ ਤਾਂ ਮਹਾਨ ਇੰਜੀਨੀਅਰ ਹੋਊਗਾ। ਉਹਨੂੰ ਤਾਂ ਦੇਸ਼ ਨੂੰ ਸਨਮਾਨਿਤ ਕਰਨਾ ਚਾਹੀਦਾ। ਇਹੋ ਜਿਹੇ ਕਈ ਨਹੀਂ ਦੀਆਂ ਦੇ ਵਿੱਚ, ਇਹ ਹਲੇ ਠੀਕ ਆ, ਕਈ ਇਹ ਤੋਂ ਵੀ ਖਤਰਨਾਕ ਨੇ। ਸਾਰੇ ਹੀ ਐਵੇਂ ਅੱਗੇ ਤੱਕ, ਸਾਰੇ ਹੀ ਐਵੇਂ ਨੇ, ਹਰੇਕ ਖੰਭੇ ਤੇ ਐਵੇਂ ਪੂਰਾ ਤਕੜੇ ਬੰਦੇ ਹੋਣਗੇ ਜਿਹੜੇ ਇਹਦੇ ਚ ਤਾਰ ਲੱਭਦੇ ਹੋਣੇ ਆ ਵੀ ਕਿਹੜੀ ਖਰਾਬ ਹੋਈ ਆ। ਇਹ ਗੱਲ ਕੀ ਆ, ਕਰ ਦਿੰਦੇ ਨੇ ਠੀਕ। ਹਾਂਜੀ, ਆਹੀ ਵਾਲੀ ਕਹਿਣ ਗੱਲ ਆ। ਡੈਡੀ ਗੱਡੀਆਂ ਲੋਡ ਕਰਾਉਣ ਲੱਗੇ ਸੀ, ਕਿਸੇ ਨੇ ਸੁਣਿਆ ਹੀ ਨਹੀਂ। ਤੇ ਜੀ ਅੱਜ ਆਪਣੀ ਜਿਹੜੀ ਯਾਤਰਾ ਸ਼ੁਰੂ ਹੋਈ ਆ ਉਹਦੇ ਵਿੱਚ ਆਪਾਂ ਪਹਿਲਾ ਜਿਹੜਾ ਗੁਰਸਥਾਨ ਆ ਉਹ ਹੈਗਾ ਗੁਰੂ ਕਾ ਬਾਗ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤਰਾ ਕਰਦੇ ਹੋਏ ਇੱਥੇ ਆਏ ਸੀ ਤਾਂ ਇੱਥੇ ਇੱਕ ਬਾਗ ਸੀਗਾ 2 ਭਰਾਵਾਂ ਦਾ, ਕਰੀਮ ਬਖਸ਼ ਤੇ ਰਹੀਮ ਬਖਸ਼। ਤੇ ਬਾਗ ਸੁੱਕਾ ਪਿਆ ਸੀ। ਜਦੋਂ ਗੁਰੂ ਸਾਹਿਬ ਨੇ ਆਪਣੇ ਚਰਨ ਕਮਲ ਇਸ ਬਾਗ ਦੇ ਵਿੱਚ ਪਾਏ ਤਾਂ ਬਾਗ ਹਰਿਆ ਹੋ ਗਿਆ। ਤੇ ਫਿਰ ਉਹਨਾਂ ਦੋਨਾਂ ਭਰਾਵਾਂ ਨੇ ਗੁਰੂ ਸਾਹਿਬ ਦੀ ਮਹਾਨਤਾ ਸਮਝ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਸੌਂਪਤਾ ਤੇ ਆਲੇ ਦੁਆਲੇ 4 ਦੀਵਾਰੀ ਕਰਾਈ। ਤੇ ਇਸ ਸਥਾਨ ਦੀ ਮਹਾਨਤਾ ਇਹ ਆ ਕਿ ਇੱਥੇ ਜਿਹੜਾ ਇੱਕ ਖੂਹ ਆ ਉਹਦੇ ਵਿੱਚ ਜਿਹੜੇ ਉਹ ਭਰਾ ਸੀ ਉਹਨਾਂ ਚੋਂ ਇੱਕ ਦੀ ਪਤਨੀ ਨੂੰ ਕੋਹੜ ਸੀ, ਸੋ ਉਹਦੇ ਵਿੱਚ ਇਸ਼ਨਾਨ ਕਰਕੇ ਉਹਦਾ ਕੋਹੜ ਦੂਰ ਹੋਇਆ। ਤੇ ਇੱਥੇ ਅੰਬ ਦਾ ਬੂਟਾ ਲਾਇਆ ਜਾਂਦਾ ਵਾ ਜੇ ਮਨੋਕਾਮਨਾਵਾਂ ਪੂਰੀਆਂ ਕਰਨ ਵਾਸਤੇ। ਤੇ ਤੁਸੀਂ ਇੱਥੇ ਬਾਹਰੋਂ ਲੈ ਕੇ ਤੇ ਇੱਥੇ ਬਗੀਚੇ ਦੇ ਵਿੱਚ ਅਰਦਾਸ ਕਰਾ ਕੇ ਬੂਟਾ ਲਾਓ ਤੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਤੇ ਇੱਥੇ ਸਰੋਵਰ ਵੀ ਆ ਤੇ ਦਰਸ਼ਨ ਇਸ਼ਨਾਨ ਕਰਕੇ ਇੱਥੇ ਸਰੀਰ ਦੇ, ਤਨ ਦੇ, ਮਨ ਦੇ ਰੋਗ ਦੂਰ ਹੁੰਦੇ ਨੇ। ਤੇ ਇਹ ਉਹ ਨਿੰਮ ਦਾ ਦਰਖਤ ਆ ਜਿਹਦੀ ਗੁਰੂ ਸਾਹਿਬ ਨੇ ਦਾਤਣ ਕੀਤੀ ਸੀਗੀ, ਦਾਤਣ ਕਰਕੇ ਗੱਡਿਆ ਸੀ ਤੇ ਅੱਜ ਨਿੰਮ ਦੇ ਦਰਖਤ ਦੇ ਵਿੱਚ ਆਪਣੇ ਸਾਹਮਣੇ ਆ। ਤੇ ਇਸ ਤੋਂ ਇਲਾਵਾ ਇਸੇ ਸਥਾਨ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਹਿਲੀ ਵਾਰ ਜਿਹੜਾ ਮੇਲ ਹੋਇਆ ਸੀ ਆਪਣੇ ਪਿਤਾ ਜੀ ਨਾਲ, ਗੁਰੂ ਤੇਗ ਬਹਾਦਰ ਜੀ ਨਾਲ, ਸੋ ਇਸੇ ਸਥਾਨ ਤੇ ਹੋਇਆ ਸੀਗਾ। ਤੇ ਇਸ ਸਥਾਨ ਦੀ ਮਹਾਨਤਾ ਕਾਫੀ ਜ਼ਿਆਦਾ ਆ ਤੇ ਬਹੁਤ ਸੰਗਤਾਂ ਇੱਥੇ ਆਉਂਦੀਆਂ ਨੇ। ਤੇ ਪਵਿੱਤਰ ਖੂਹ ਹੈਗਾ ਜਿੱਥੋਂ ਇਸ਼ਨਾਨ ਕਰਕੇ ਨਵਾਬ ਦੀ ਪਤਨੀ ਦਾ ਜਿਹੜਾ ਕੋਹੜ ਦਾ ਰੋਗ ਸੀ ਉਹ ਦੂਰ ਹੋ ਗਿਆ ਸੀਗਾ। ਤੇ ਅਗਲਾ ਸਥਾਨ ਹੈਗਾ ਜੀ ਦਾਨਾਪੁਰ ਸ਼ਹਿਰ ਦੇ ਵਿੱਚ ਹਾਂਡੀ ਸਾਹਿਬ। ਇਹ ਗੁਰਦੁਆਰਾ ਸਾਹਿਬ ਵੀ ਗੰਗਾ ਦੇ ਕਿਨਾਰੇ ਸੁਸ਼ੋਭਿਤ ਆ। ਤੇ ਉਹ ਸਥਾਨ ਆ ਜਦੋਂ ਗੁਰੂ ਸਾਹਿਬ ਜੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਏ ਸੀ ਤਾਂ ਪਹਿਲਾ ਜਿਹੜਾ ਠਹਿਰਾਓ ਸੀ, ਪਹਿਲਾ ਪੜਾਅ ਸੀ, ਉਹ ਇੱਥੇ ਕੀਤਾ ਸੀਗਾ। ਤੇ ਇੱਥੇ ਇੱਕ ਬੀਬੀ ਸੀਗੀ ਜਮਨਾ ਦੇਵੀ, ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਰਧਾਲੂ ਸੀ। ਤੇ ਗੁਰੂ ਸਾਹਿਬ ਨੇ ਫਿਰ ਆ ਕੇ ਕਿਹਾ ਕਿ ਸੰਗਤ ਨੂੰ ਕੁਝ ਛਕਾਓ। ਮਾਤਾ ਜੀ ਨੇ ਬੇਨਤੀ ਕੀਤੀ ਵੀ ਮੈਂ ਤਾਂ ਬਹੁਤ ਗਰੀਬੜੀ ਹਾਂ, ਮੇਰੇ ਕੋਲ ਤਾਂ ਸਿਰਫ ਇੱਕ ਮਿੱਟੀ ਦੀ ਹਾਂਡੀ ਆ ਜਿਹਦੇ ਵਿੱਚ ਖਿਚੜੀ ਬਣੀ ਹੋਈ ਆ, ਵੀ ਮੈਂ ਤਾਂ ਉਹੀ ਛਕਾ ਸਕਦੀ ਹਾਂ। ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਉਹ ਹਾਂਡੀ ਲੈ ਆਓ। ਗੁਰੂ ਸਾਹਿਬ ਨੇ ਫਿਰ ਅਰਦਾਸ ਕੀਤੀ ਤੇ ਕਿਹਾ ਕਿ ਇਹ ਹਾਂਡੀ ਵਿੱਚੋਂ ਖਿਚੜੀ ਸਾਰੀ ਸੰਗਤ ਨੂੰ ਛਕਾਈ ਜਾਵੇ। ਤੇ ਸਾਰਿਆਂ ਨੇ ਜਦੋਂ ਖਿਚੜੀ ਛਕੀ ਤੇ ਹਾਂਡੀ ਦੇ ਵਿੱਚੋਂ ਖਿਚੜੀ ਮੁੱਕੇ ਨਾ ਤੇ ਸਾਰਿਆਂ ਨੇ ਛਕ ਲਈ, ਸਾਰੇ ਪੂਰੇ ਤ੍ਰਿਪਤ ਹੋ ਗਏ। ਪਰ ਖਿਚੜੀ
ਹਾਂਡੀ ਦੇ ਵਿੱਚ ਭਰੀ ਦੀ ਭਰੀ ਰਹੀ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਸਾਰੀ ਸੰਗਤ ਨੂੰ ਵਾਪਸ ਭੇਜ ਦਿੱਤਾ ਤੇ ਅੱਗੇ ਰਵਾਨਾ ਹੋਣ ਦੀ ਤਿਆਰੀ ਕੀਤੀ। ਤੇ ਜਦੋਂ ਜਾਣ ਲੱਗੇ ਤਾਂ ਮਾਤਾ ਜੀ ਨੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਹੁਣ ਕਦੋਂ ਦਰਸ਼ਨ ਦਿਦਾਰੇ ਹੋਣਗੇ। ਤਾਂ ਗੁਰੂ ਸਾਹਿਬ ਨੇ ਆਪਣੇ ਪੈਰਾਂ ਦੇ ਨਿਸ਼ਾਨ ਜੋ ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਉਹ ਮਾਤਾ ਜੀ ਨੂੰ ਦਿੱਤੇ ਤੇ ਕਿਹਾ ਕਿ ਜਦੋਂ ਤੁਸੀਂ ਪੂਰੀ ਸ਼ਰਧਾ ਭਾਵਨਾ ਨਾਲ ਸੰਗਤ ਇਹਨਾਂ ਦੇ ਦਰਸ਼ਨ ਕਰੂਗੀ ਤਾਂ ਉਹ ਮੇਰੇ ਪ੍ਰਤੱਖ ਦਰਸ਼ਨ ਕਰੂਗੀ। ਸੋ ਇਹ ਸੀਗਾ ਜੀ ਇਸ ਸਥਾਨ ਦਾ ਇਤਿਹਾਸ। ਤੇ ਆਪਾਂ ਹੁਣ ਚੱਲਦੇ ਹਾਂ ਜੀ ਆਪਣੇ ਅਗਲੇ ਗੁਰਦੁਆਰਾ ਸਾਹਿਬ। ਤੇ ਜਿਹੜਾ ਜੀ ਤੀਜਾ ਸਥਾਨ ਆ ਇਹਦਾ ਨਾਮ ਹੈਗਾ ਗੁਰਦੁਆਰਾ ਗਊਘਾਟ ਸਾਹਿਬ। ਸੋ ਜਿਹੜਾ ਇਹਦਾ ਇਤਿਹਾਸ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ, ਮੈਂ ਪਹਿਲੀ ਵਾਰ ਸੁਣਿਆ। ਤੇ ਇੱਥੇ ਜਦ ਗੁਰੂ ਨਾਨਕ ਦੇਵ ਜੀ ਆਪਣੀ ਪੂਰਬ ਦੀ ਯਾਤਰਾ ਦੇ ਵਿੱਚ ਪਹਿਲੀ ਵਾਰ ਆਏ ਤਾਂ ਇੱਥੇ ਇੱਕ ਭਗਤ ਸੀਗੇ ਜਿਨ੍ਹਾਂ ਦਾ ਨਾਮ ਸੀ ਜੈਤਾਮਲ। ਉਹਨਾਂ ਦੀ ਉਮਰ ਦੱਸਦੇ ਨੇ ਉਸ ਸਮੇਂ ਲਗਭਗ 350 ਸਾਲ ਦੀ ਸੀਗੀ। ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਵੀ ਗੁਰੂ ਸਾਹਿਬ ਮੈਨੂੰ ਮੁਕਤੀ ਦੀ ਦਾਤ ਬਖਸ਼ੋ। ਤੇ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਜਦ 9ਵੇਂ ਜਾਮੇ ਦੇ ਵਿੱਚ ਆਵਾਂਗੇ ਉਦੋਂ ਤੁਹਾਨੂੰ ਮੁਕਤੀ ਦੀ ਦਾਤ ਬਖਸ਼ਾਂਗੇ। ਤੇ ਭਗਤ ਜੈਤਾਮਲ ਜੀ ਨੇ ਕਿਹਾ ਕਿ ਮੈਂ ਗੰਗਾ ਇਸ਼ਨਾਨ ਕੀਤੇ ਬਿਨਾਂ ਰੋਜ਼ ਜਲ ਪਾਣੀ ਨਹੀਂ ਛਕਦਾ ਹੈਗਾ, ਆਹਾਰ ਨਹੀਂ ਕਰਦਾ ਹੈਗਾ, ਤੇ ਵੀ ਮੈਂ ਕੀ ਕਰਾਉਣ, ਮੇਰਾ ਸਰੀਰ ਇੰਨਾ ਬਿਰਧ ਹੋ ਗਿਆ, ਮੇਰੇ ਤੋਂ ਜਾ ਨਹੀਂ ਹੁੰਦਾ ਹੈਗਾ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜੀ, ਆਪਾਂ ਗੰਗਾ ਉਰੇ ਲਿਆ ਦਿੰਦੇ ਆ। ਤੇ ਉਹਨਾਂ ਨੇ ਕਿਹਾ ਵੀ ਜੇ ਗੰਗਾ ਉਰੇ ਆ ਗਈ ਤਾਂ ਜਿਹੜੇ ਹੋਰ ਜੀਵ ਜੰਤੂ ਨੇ, ਹੋਰ ਕੋਈ ਵਸਨੀਕ ਰਾਸਤੇ 'ਚ ਕੁਝ ਵੀ ਉਹਨਾਂ ਦਾ ਨੁਕਸਾਨ ਹੋ ਜਾਊਗਾ। ਗੁਰੂ ਸਾਹਿਬ ਨੇ ਕਿਹਾ ਇੱਦਾਂ ਨਹੀਂ ਹੋਊਗਾ ਵੀ ਗੰਗਾ ਗਊ ਦੇ ਰੂਪ ਵਿੱਚ ਆਊਗੀ ਤੇ ਤੁਹਾਨੂੰ ਇੱਥੇ ਹੀ ਇਸ਼ਨਾਨ ਕਰਵਾ ਕੇ ਜਾਊਗੀ। ਉਹ ਤੋਂ ਬਾਅਦ ਕੀ ਹੋਣ ਲੱਗਿਆ ਵੀ ਗੰਗਾ ਗਊ ਦੇ ਰੂਪ ਵਿੱਚ ਆਉਂਦੀ ਸੀ। ਇਹ ਭਗਤ ਜੈਤਾਮਲ ਜਿਹੜਾ ਉਹਨਾਂ ਦਾ ਬਾਹਰ ਸਥਾਨ ਆ ਉੱਥੇ ਬਹਿ ਜਾਂਦੇ ਸੀ ਤੇ ਉੱਥੇ ਇਸ਼ਨਾਨ ਕਰਾ ਕੇ ਚੱਲੀ ਜਾਂਦੇ ਸੀ। ਤੇ ਉਹ ਤੋਂ ਜਦ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ 9ਵੇਂ ਜਾਮੇ ਦੇ ਵਿੱਚ ਜਦੋਂ ਤੇਗ ਬਹਾਦਰ ਜੀ ਇੱਥੇ ਆਏ ਤਾਂ ਇੱਥੇ ਆ ਜਿਹੜੀ ਖਿੜਕੀ ਦਿਖ ਰਹੀ ਹੈ ਤੁਸੀਂ ਟਾਕੀ ਸਾਹਿਬ, ਤਾਂ ਗੁਰੂ ਸਾਹਿਬ ਜੀ ਆਪਣੇ ਘੋੜੇ ਸਮੇਤ ਤੇ ਸੰਗਤਾਂ ਸਮੇਤ ਇਹਦੇ ਵਿੱਚ ਦੀ ਪ੍ਰਵੇਸ਼ ਕੀਤਾ। ਸੋ ਇਹਦੇ ਉੱਤੇ ਬਹੁਤ ਅੱਜ ਕੱਲ੍ਹ ਕਰਨ ਲੱਗ ਜਾਣਗੇ, ਕਿੰਤੂ ਪ੍ਰੰਤੂ ਕਰਨ ਲੱਗ ਜਾਣਗੇ, ਪਰ ਜਿਵੇਂ ਗੁਰੂ ਸਾਹਿਬ ਕੁਝ ਵੀ ਕਰ ਸਕਦੇ ਆ। ਆਪਾਂ ਸਭ ਜਾਣਦੇ ਆ ਵੀ ਜਾਣੀ ਜਾਣਦੇ ਆ ਮਾਤਾ ਗੁਜਰੀ ਜੀ ਦੀ ਚੱਕੀ ਆ। ਤੇ ਉਦੋਂ ਭਗਤ ਜੈਤਾਮਲ ਜੀ ਦਾ ਉਹਨਾਂ ਨੇ ਉਤਾਰ ਕੀਤਾ, ਇੱਥੋਂ ਉਹਨਾਂ ਨੂੰ ਮੁਕਤੀ ਦੀ ਦਾਤ ਬਖਸ਼ੀ। ਉਦੋਂ ਉਹਨਾਂ ਦੀ ਉਮਰ ਲਗਭਗ 550 ਸਾਲ ਦੀ ਸੀਗੀ। ਤੇ ਇੱਧਰ ਨਾਲ ਤੋਂ ਸਾਹਮਣੇ ਤੇ ਜੇ ਤਰੀਕ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਉਹ ਜਗ੍ਹਾ ਵੀ ਹੈਗੀ ਆ ਜੀ। ਤੇ ਦਰਖਤਾ ਕਿਲ੍ਹਾ ਸਾਹਿਬ ਜਿਹਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਘੋੜਾ ਬੰਨਿਆ ਸੀ। ਤੇ ਉਹ ਸਥਾਨ ਆ ਜਿੱਥੇ ਗਊ ਆ ਕੇ ਇਸ਼ਨਾਨ ਕਰਵਾਉਂਦੀ ਸੀਗੀ, ਗੰਗਾ ਆ ਕੇ ਇਸ਼ਨਾਨ ਕਰਵਾਉਂਦੀ ਸੀ। ਤੇ ਦਰਸ਼ਨ ਕਰੋ ਜੀ ਗੁਰਦੁਆਰਾ ਗਊਘਾਟ ਸਾਹਿਬ ਜੀ ਦੇ। ਆ ਜਿਹੜਾ ਗੰਗਾ ਦੇ ਉੱਪਰ ਪੁਲ ਆ, ਇਹ ਭਾਈ ਸਾਹਿਬ ਨੇ ਦੱਸਿਆ ਵੀ ਇੰਡੀਆ ਦਾ ਸਭ ਤੋਂ ਲੰਬਾ ਪੁਲ ਆ ਕਿਸੇ ਦਰਿਆ ਜਾਂ ਨਦੀ ਦੇ ਉੱਤੇ। 7.5 ਕਿਲੋਮੀਟਰ ਲੰਬਾ ਪੁਲ ਆ ਇਹ। ਤੇ ਐਂਡ ਤੱਕ ਉਧਰ ਸਿਰਾ ਨਹੀਂ ਦਿਖਦਾ, ਇੱਧਰ ਬਹੁਤ ਪਿੱਛੇ ਤੋਂ ਸ਼ੁਰੂ ਹੋਇਆ ਸੀ ਪੁਲ, ਅਸੀਂ ਦੇਖਿਆ ਸੀਗਾ। ਤੇ ਉਹ ਐਂਡ ਤੱਕ ਜਾਈਏ ਜਾਂਦਾ, ਸਾਰਾ ਪਿੱਲਰਾਂ ਤੇ ਚੱਕਿਆ ਹੋਇਆ, ਸੜਕਾਂ ਤੇ ਵੀ ਸਾਰਾ ਹੀ। ਤੇ ਆਪਾਂ ਆਏ ਜੀ ਅੱਜ ਰਾਜਗੀਰ, ਜਿਹੜਾ ਕਿ ਪਟਨਾ ਸਾਹਿਬ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਆ। ਤੇ ਰਾਸਤੇ ਵਿੱਚ ਥੋੜੇ ਜਿਹੇ ਖਰਾਬ ਹੋਣ ਕਰਕੇ ਆਪਾਂ ਨੂੰ 3 ਘੰਟੇ ਲੱਗ ਜਾਂਦੇ ਨੇ। ਇੱਥੇ ਗੁਰਦੁਆਰਾ ਸਾਹਿਬ ਸ਼ੀਤਲ ਕੁੰਡ ਆ। ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਆ। ਇੱਥੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਸਮੇਂ ਜਦੋਂ ਆਏ ਸੀ ਤਾਂ ਇੱਥੇ ਦੀ ਸੰਗਤ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਕੋਲ ਪਾਣੀ ਦੀ ਬਹੁਤ ਕਮੀ ਆ। ਇਸ ਪਹਾੜੀ ਇਲਾਕੇ ਦੇ ਵਿੱਚ ਉਹਦੇ ਪੱਥਰ ਹੀ ਨੇ, ਥੱਲੇ ਬੋਰ ਨਹੀਂ ਹੁੰਦਾ ਹੈਗਾ, ਪਾਣੀ ਦਾ ਕੋਈ ਸਰੋਤ ਨਹੀਂ ਹੈਗਾ। ਪਰ ਪਹਾੜ ਦੇ ਉੱਤੇ 22 ਸੋਮੇ ਸੀਗੇ ਤੇ 22 ਸੋਮਿਆਂ ਦਾ ਜਲ ਬਹੁਤ ਗਰਮ ਤੇ ਖਾਰਾ ਸੀ। ਤੇ ਗੁਰੂ ਸਾਹਿਬ ਨੇ ਜਦ ਬੇਨਤੀ ਕੀਤੀ ਵੀ ਸਾਡੇ ਕੋਲ ਜਲ ਦਾ ਕੋਈ ਪ੍ਰਬੰਧ ਨਹੀਂ ਹੈਗਾ, ਦੂਰ ਦੂਰ ਤੱਕ ਸਾਨੂੰ 10-12 ਕਿਲੋਮੀਟਰ ਜਾਣਾ ਪੈਂਦਾ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਆਹ ਵਾਲਾ ਸੋਮਾ ਤਾਂ ਠੰਡਾ ਵਾ ਤੇ ਇਹਦਾ ਜਲ ਮਿੱਠਾ। ਜਦ ਉਹਨਾਂ ਨੇ ਦੇਖਿਆ, ਉਹਨੂੰ ਹੱਥ ਲਾ ਕੇ ਉਹਦਾ ਜਲ ਛਕਿਆ ਤੇ ਉਹ ਵਾਕਈ ਮਿੱਠਾ ਸੀਗਾ। ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਉਹ ਜਲ ਸ਼ੀਤਲ ਤੇ ਮਿੱਠਾ ਹੋ ਗਿਆ। ਤੇ ਉਸ ਤੋਂ ਬਾਅਦ ਇਸ ਸਥਾਨ ਬਾਰੇ ਬਹੁਤ ਘੱਟ ਜਾਣਿਆਂ ਨੂੰ ਜਾਣਕਾਰੀ ਸੀਗੀ। ਅੱਜ ਤੋਂ ਲਗਭਗ 70 ਸਾਲ ਪਹਿਲਾਂ ਇੱਥੇ ਇੱਕ ਜੱਥਾ ਆਇਆ। ਉਹ ਜੱਥੇ ਦੇ ਵਿੱਚ ਇੱਕ ਫੌਜੀ ਸੀ ਲਾਲਤੋਂ ਪਿੰਡ ਦੇ, ਜ਼ਿਲ੍ਹਾ ਲੁਧਿਆਣਾ, ਜਿਨ੍ਹਾਂ ਦਾ ਨਾਮ ਸੀ ਅਜੈਬ ਸਿੰਘ। ਤੇ ਉਹਨਾਂ ਨੇ ਜਦੋਂ ਉਰੇ ਦੇ ਹਾਲਾਤ ਦੇਖੇ, ਉਹਨਾਂ ਦੇ ਮਨ ਨੂੰ ਠੇਸ ਪਹੁੰਚੀ। ਉਹ ਕਹਿੰਦੇ ਵੀ ਯਾਰ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਥਾਨ ਆ, ਇਹਦੀ ਹਾਲਤ ਇਹੋ ਜਿਹੀ, ਕੋਈ ਇੱਥੇ ਗੁਰਦੁਆਰਾ ਸਾਹਿਬ ਕੁਝ ਵੀ ਨਹੀਂ ਸੀਗਾ। ਤੇ ਫਿਰ ਉਹ ਆਪਣੇ ਪਿੰਡ ਚੱਲੀ ਗਏ, ਪਰ ਉਹਨਾਂ ਦੇ ਮਨ ਦੇ ਵਿੱਚ ਅੱਜ ਵੀ ਲੱਗ ਗਈ। ਫਿਰ ਉਹ ਵਾਪਸ ਆਏ ਇੱਥੇ ਪਟਨਾ ਸਾਹਿਬ ਤੇ ਇੱਥੇ ਰਹਿ ਕੇ ਉਹਨਾਂ ਨੇ 65 ਸਾਲ ਸੇਵਾ ਕੀਤੀ। ਮੁੜ ਕੇ ਉਹ ਕਦੇ ਆਪਣੇ ਪਿੰਡ ਨਹੀਂ ਗਏ ਹੈਗੇ। ਇੱਥੇ ਉਹਨਾਂ ਨੇ ਬਹੁਤ ਇੰਟਰਸਟਿੰਗ ਸਟੋਰੀ ਆ ਉਹਨਾਂ ਦੀ, ਇੱਕ ਲੰਬੀ ਗਾਥਾ ਵਾ। ਇੱਥੇ ਉਹਨਾਂ ਨੇ ਬੰਦੂਕ ਰੱਖੀ ਹੋਈ ਸੀ, ਉਹਨਾਂ ਨੇ ਲਾਇਸੈਂਸੀ 2 ਹਥਿਆਰ ਰੱਖੇ, ਕਿਉਂਕਿ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇੱਥੋਂ 2 ਵਾਰ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਤਰ੍ਹਾਂ ਨਾਲ ਮਾਰ ਕੇ ਸਿੱਟਤਾ ਸੀਗਾ, ਪਰ ਜਿਹਨੂੰ ਰੱਖਣਾ ਹੋਵੇ ਗੁਰੂ ਸਾਹਿਬ ਨੇ ਉਹਨਾਂ ਤੋਂ ਸੇਵਾ ਲੈਣੀ ਸੀ। ਤੇ ਉਹਨਾਂ ਨੇ ਫਿਰ ਹੌਲੀ ਹੌਲੀ ਇੱਥੇ ਥੋੜ੍ਹਾ ਜਿਹਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ, ਟੀਨ ਸ਼ੀਟਾਂ ਪਾ ਕੇ। ਤੇ ਅੱਜ ਹੀ ਉਹਨਾਂ ਦੀ ਦੇਣ ਆ। ਤੇ ਇੱਥੇ ਦੀ ਸੇਵਾ, ਨਿਸ਼ਕਾਮ ਸੇਵਾ ਜੱਥੇ ਨੇ ਕੀਤੀ ਆ ਜੀ। ਇੱਥੇ ਜਿਹੜਾ ਸਾਰਾ ਗੁਰਦੁਆਰਾ ਸਾਹਿਬ ਆ, ਤੇ ਇੱਥੇ ਅੱਜ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ, ਬਹੁਤ ਆਰਮੀ ਆ, ਬਹੁਤ ਪੁਲਿਸ ਵਾਲੇ ਆਏ ਹੋਏ ਨੇ, ਤੇ ਹੋਰ ਸਕੂਲਾਂ ਦੇ ਜੱਥੇ ਵੀ ਆਏ ਹੋਏ ਨੇ। ਉਹਦਾ ਕਾਰਨ ਇਹ ਆ ਵੀ ਇਸ ਗੁਰੂ ਘਰ ਦੀ ਜਿਹੜਾ ਹੁਣ ਪ੍ਰਬੰਧ ਸੀਗਾ ਉਹ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਣਾ ਵਾ। ਤੇ ਉਹਦੇ ਕਰਕੇ ਇੱਥੇ ਕਾਫੀ ਜ਼ਿਆਦਾ ਪ੍ਰਬੰਧ ਆ ਤੇ ਦੂਰੋਂ ਦੂਰੋਂ ਬਹੁਤ ਸੰਗਤ ਆਈ ਹੋਈ ਆ। ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਈ ਗਈ ਆ ਉਹ ਬਹੁਤ ਹੀ ਸੋਹਣੀ
ਤੇ ਬਹੁਤ ਵਧੀਆ ਤਰੀਕੇ ਨਾਲ ਬਣਾਈ ਆ। ਪਹਾੜਾਂ ਦੇ ਵਿੱਚ ਬਹੁਤ ਰਮਣੀਕ ਸਥਾਨ ਲੱਗਦਾ ਤੇ ਇਹਦਾ ਕਹਿੰਦੇ ਜਿਹੜਾ ਡਿਜ਼ਾਈਨ ਆ, ਕਿਉਂਕਿ ਯੂਕੇ ਦਾ ਜੱਥਾ ਮੇਰੇ ਖਿਆਲ ਤਾਂ ਡਿਜ਼ਾਈਨ ਵੀ ਯੂਕੇ ਵਾਲਾ ਹੀ ਆ ਤੇ ਰਹਿਣ ਵਾਸਤੇ ਵੀ ਲਗਭਗ 30-40 ਕਮਰਿਆਂ ਦੀ ਸਲਾਹ ਬਣਾਈ ਗਈ ਹੈ। ਏਸੀ ਰੂਮ ਨੇ, ਕਾਫੀ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਗਈਆਂ ਨੇ। ਤੇ ਜਿਹੜਾ ਇੱਥੇ ਲੰਗਰ ਦੇ ਵਿੱਚ ਆਪਾਂ ਦਾਲਾਂ ਸਬਜ਼ੀਆਂ ਬਣਾਉਣ ਲਈ ਜਲ ਵਰਤਿਆ ਜਾਂਦਾ, ਉਹ ਜਿਹੜਾ ਕੁੰਡ ਸੀਗਾ ਉਹਦਾ ਹੀ ਜਲ ਵਰਤਿਆ ਜਾਂਦਾ ਤੇ ਸਾਰਾ ਕੁਝ ਬਹੁਤ ਸਵਾਦ ਸੀਗਾ ਤੇ ਬਹੁਤ ਜ਼ਿਆਦਾ ਸੰਗਤ ਅੱਜ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ।